पठानकोट के हल्का भोआ के गांव डेहरीवाल के लोग अपने हक के लिए सड़कों पर उतरे हैं। उनके साथ हल्का विधायक जोगिंदर पाल भी धरने पर बैठे हैं। पिछले कुछ दिनों से ये लोग अपनी जमीन नगर निगम से बचाने के लिए लगातार धरना दे रहे थे। बावजूद इसके नगर निगम ने इनकी जमीन पर कब्जा किया है, जिसका बाद में हल्का विधायक ने विरोध किया। वे अपनी सरकार व जिला प्रशासन के खिलाफ खड़े होकर कब्जा हटवाया। नगर निगम वाले अब भी इस ताक में हैं कि इस पर कब्जा दोबारा किया जाए। इसी के चलते आज गांववासी व हल्का विधायक जोगिंदर पाल सड़कों पर आ गए। वे धरना लगा दिया। नगर निगम के खिलाफ और गांव डेहरीवाल में फेंका जा रहा पूरे जिले का कूड़ा करकट रोक दिया गया और ये मांग पर बैठ गई कि जब तक उनकी जमीनों पर नगर निगम कब्जा करने से नहीं रोकती, वे कूड़ा करकट अपने एरिया में नहीं फेंकने देंगे। उधर ये लोग इस बात पर भी अड़ गए कि जो कूड़ा यहाँ फेंका जा रहा है वह शहर पठानकोट का है, जबकि उनके इलाके व हल्का भुआ से कोई भी नगर निगम वाला कूड़ा नहीं उठाता। इसलिए उनकी मांग है कि उनके इलाके व हल्के से भी कूड़ा उठाया जाए। इस धरने को देखते हुए प्रशासनिक अधिकारी भी मौके पर पहुंचे व लोगों और विधायक की बात सुनी व आश्वासन भी दिया। उधर विधायक जोगिंदर पाल ने कहा कि वे जल्द इस मामले को मुख्यमंत्री पंजाब कैप्टन अमरिंदर सिंह के सामने रखेंगे। वे लोगों को उनकी जमीन वापस दिलवाएंगे। उन्होंने कहा कि प्रशासनिक अधिकारी को साफ साफ कह दिया गया है कि जब तक वे मुख्यमंत्री से मिलकर नहीं आते, इन जमीनों पर कब्जे नहीं होने देंगे। अपने पठानकोट तो वो सारियां ही ट्रालियां जिहड़ी उपरों नंगियां होंदियां ते वो कचरा सारा खिल्लरदा जांदा डेहरीवाल पिंड दे विचों भी ते हुण इन्हां जिथे धरना लाया ते इन्हां हुण सारियां ट्रालियां विचों ये है। ते दूसरा ये कहते हैं भी जी निशानदेही करनी है, मैं सोमवार सीएम साहब को जाना है, उदों तक करियो। उदों तो बाद जो भी उतों हुक्म आता वो जिस तरह लाएगा वो आई नहीं इन्होंने बंद की सुधार मेरी गल हुई है तो कहते हैं आप निशानदेही नहीं करा अगला ਅੱਜ ਜੀ ਅਸੀਂ ਪਿਛਲੇ 15 ਦਿਨ ਤੋਂ ਲਗਾਤਾਰ ਸਾਰਾ ਪਿੰਡ ਸਾਰੇ ਪਿੰਡਾਂ ਦੇ ਪਰਿਵਾਰ ਬੱਚੇ ਸਿਆਣੇ ਬਜ਼ੁਰਗ ਅਸੀਂ ਸਾਰੇ ਅੱਜ ਤੋਂ 15 ਦਿਨ ਹੋ ਗਏ ਆ ਅਸੀਂ ਸਮੇਤ ਪਰਿਵਾਰ ਧਰਨੇ ਤੇ ਬੈਠੇ ਹੋਏ ਆ ਵੀ ਸਾਡਿਆਂ ਨਾਲ ਜਿਹੜੇ ਧੱਕੇ ਕਾਰਪੋਰੇਸ਼ਨ ਪਠਾਨਕੋਟ ਦੁਆਰਾ ਕੀਤਾ ਜਾ ਰਿਹਾ ਉਹ ਧੱਕਾ ਨਾ ਕੀਤਾ ਜਾਏ। ਇਹ ਜੋ ਜ਼ਮੀਨਾਂ ਆ ਸਾਡੇ ਬਜ਼ੁਰਗਾਂ ਨੇ ਸਾਰੀ ਆਪਣੀਆਂ ਉਮਰਾਂ ਦੇਤੀਆਂ, ਆਪਣੀਆਂ ਜਵਾਨੀਆਂ ਦੇ ਕੇ ਇਹ ਬੰਜਰ ਬਿਆਬਾਨ ਆਬਾਦ ਕੀਤੇ ਦੇ ਆ ਤੇ ਅੱਜ ਇਹ ਪਰਿਵਾਰ ਉਹਨਾਂ ਜ਼ਮੀਨਾਂ ਦੇ ਉੱਪਰ ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਆ। ਅੱਜ ਪਠਾਨਕੋਟ ਕਾਰਪੋਰੇਸ਼ਨ ਧੱਕੇ ਨਾਲ ਸਾਡੀ ਜ਼ਮੀਨਾਂ 'ਚ ਫਸਲਾਂ ਲੱਗੀਆਂ ਹੋਈਆਂ, ਝੋਨਾ ਲੱਗਿਆ ਹੋਇਆ, ਉਹਦੇ ਵਿੱਚ ਫਸਲ ਨੂੰ ਉਜਾੜ ਕੇ ਉਹਦੇ ਵਿੱਚ ਧੱਕੇ ਨਾਲ ਨਿਸ਼ਾਨਦੇਹੀ ਕਰਕੇ ਜਿਹੜੇ ਪਿੱਲਰ ਜਿਹੜੇ ਪੋਲ ਲਗਾ ਰਹੇ ਆ। ਕੱਲ ਐਮਐਲਏ ਸਾਹਿਬ ਵੀ ਮੌਕੇ ਤੇ ਆਏ ਸੀ, ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ ਕਿਸੇ ਵੀ ਗਰੀਬ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਏਗਾ, ਨਾ ਹੀ ਕਿਸੇ ਦੀ ਜ਼ਮੀਨ ਜਿਹੜੀ ਹੈ ਉਹ ਕਬਜ਼ੇ 'ਚ ਕਰਨ ਦਿੱਤਾ ਜਾਏਗਾ। ਅੱਜ ਅਸੀਂ ਐਮਐਲਏ ਸਾਹਿਬ ਦੇ ਹੁਕਮ ਦੇ ਮੁਤਾਬਕ ਪੂਰੇ ਪਠਾਨਕੋਟ ਦਾ ਕਾਰਪੋਰੇਸ਼ਨ ਦਾ ਜਿਹੜਾ ਕਚਰਾ ਆ, ਕੂੜਾ ਆ, ਉਹ ਸਾਡੇ ਪਿੰਡ ਡੇਹਰੀਵਾਲ ਦੀ ਹੱਦ ਦੇ ਵਿੱਚ ਲਿਆ ਕੇ ਸੁੱਟਿਆ ਜਾ ਰਿਹਾ ਹੈ। ਸਾਡੇ ਆਲੇ ਦੁਆਲੇ ਦੇ ਜਿਹੜੇ 20-25 ਪਿੰਡ ਆ ਇਹਨਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਆ। ਹਾਂਜੀ, ਮੱਖੀ ਮੱਛਰ ਦਾ ਇੰਨੇ ਕੁ ਬੁਰੇ ਹਾਲਾਤ ਆ ਵੀ ਹਰ ਘਰ ਬਿਮਾਰੀ ਫੈਲ ਰਹੀ ਹੈ। ਅਸੀਂ ਆਪਣੇ ਵਿਹੜੇ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰੋਟੀ ਖਾਣ ਨਹੀਂ ਬਹਿ ਸਕਦੇ, ਮੱਖੀ ਇੰਨੀ ਕੁ ਹੈਗੀ ਆ ਵੀ ਸਾਡੇ ਹਾਲਾਤ ਮਾੜੇ ਆ। ਸਾਡਾ ਜੀਣਾ ਜਿਹੜਾ ਨਰਕ ਦੇ ਬਰਾਬਰ ਹੋ ਚੁੱਕਾ ਆ। ਉਧਰੋਂ ਇਹਨਾਂ ਨੇ ਪਠਾਨਕੋਟ ਸਾਰੇ ਦੀ ਸੀਵਰੇਜ ਆ ਜਿਹੜੀ ਉਹ ਟ੍ਰੀਟਮੈਂਟ ਪਲਾਂਟ ਦੇ ਵਿੱਚ ਸਿੱਟਣ ਦੀ ਬਜਾਏ ਸਾਰਾ ਸੀਵਰੇਜ ਜਿਹੜੀ ਹੈ ਨਿੱਕੀ ਨਹਿਰ ਦੇ ਵਿੱਚ ਸਿੱਟ ਦਿੱਤੀ ਗਈ ਹੈ। ਉਹਦੇ ਕਾਰਨ ਜਿੰਨਾ ਪਾਣੀ ਆ ਉਹ ਜ਼ਹਿਰ ਬਣ ਚੁੱਕਿਆ ਆ। ਸਾਡੇ ਪਸ਼ੂ ਪਕਸ਼ੀ ਜਿਹੜੇ ਆ ਉਹ ਇਹ ਪਾਣੀ ਪੀ ਕੇ ਬਿਮਾਰ ਹੋ ਰਹੇ ਆ। ਅੱਜ ਤੁਸੀਂ ਕੀ ਕੀਤਾ ਇਸ ਸੰਬੰਧ ਦੇ ਵਿੱਚ? ਅੱਜ ਇਸ ਸੰਬੰਧ ਦੇ ਵਿੱਚ ਅਸੀਂ ਪਠਾਨਕੋਟ ਕਾਰਪੋਰੇਸ਼ਨ ਦੀ ਜੋ ਟਰਾਲੀਆਂ ਕੂੜਾ ਲੈ ਕੇ ਆਉਂਦੀਆਂ ਸਾਡੇ ਪਿੰਡ, ਅਸੀਂ ਉਹ ਡੱਕੀਆਂ ਆ ਕਿ ਜਿੰਨੀ ਦੇਰ ਤੱਕ ਤੁਸੀਂ ਸਾਡੇ ਇਲਾਕੇ ਦਾ ਕੂੜਾ ਨਹੀਂ ਚੁੱਕਦੇ ਜਾਂ ਜਿਸ ਰੋਡ ਤੋਂ ਉੱਪਰੋਂ ਇਹ ਟਰਾਲੀਆਂ ਲੈ ਕੇ ਜਾਂਦੇ ਆ, ਇਸ ਰੋਡ ਦੀ ਹਾਲਾਤ ਦੇਖੋ ਤੁਸੀਂ ਜਾ ਕੇ, ਇੰਨਾ ਕੁ ਕੂੜਾ ਇਸ ਰੋਡ ਦੇ ਉੱਪਰ ਬਿਖਰਿਆ ਹੋਇਆ ਆ ਕਿ ਹੱਦ ਤੋਂ ਵੱਧ ਕੂੜਾ ਜਿਹੜਾ ਇਸ ਰੋਡ ਦੇ ਉੱਪਰ ਬਿਖਰੇ ਦਾ ਆ। ਬਹੁਤ ਮਾੜੇ ਹਾਲਾਤ ਆ। ਜਦੋਂ ਤੱਕ ਇਹ ਸਫਾਈ ਨਹੀਂ ਹੁੰਦੀ ਰੋਡ ਦੀ ਪੂਰੇ ਦੀ, ਔਰ ਸਾਡੇ ਜਿਹੜੇ 5 ਵਾਰਡ ਆ ਭੋਏ ਹਲਕੇ ਦੇ, ਜਦੋਂ ਤੱਕ ਇਹਨਾਂ ਦਾ ਕਚਰਾ ਚੁੱਕਣਾ ਸ਼ੁਰੂ ਨਹੀਂ ਕਰਦੇ ਉਦੋਂ ਤੱਕ ਅਸੀਂ ਕਚਰੇ ਦਾ ਇੱਕ ਦਾਣਾ ਵੀ ਜਿਹੜਾ ਆ ਆਪਣੇ ਹਲਕੇ ਦੇ ਵਿੱਚ ਐਂਟਰ ਨਹੀਂ ਹੋਣ ਦੇਣਾ।
ਸਾਡੀ ਚਾਹੇ ਇਹਦੇ ਵਿੱਚ ਜਾਨ ਚਲੀ ਜਾਏ, ਚਾਹੇ ਸਾਨੂੰ ਮਰਨ ਵਰਤ ਤੇ ਬਹਿਣਾ ਪਵੇ, ਸਾਨੂੰ ਜੋ ਕੁਝ ਮਰਜ਼ੀ ਕਰਨਾ ਪਵੇ, ਅਸੀਂ ਪੂਰਾ ਪਿੰਡ ਇੱਕ ਮੁੱਠ ਹੋ ਕੇ ਇਕੱਠੇ ਆ। ਜੋ ਹੋਏਗਾ ਸਾਡੇ ਸਾਰਿਆਂ ਨਾਲ ਇਕੱਠਾ ਹੋਏਗਾ। ਕੀ ਹੈਗਾ ਧਰਨਾ ਲੱਗਾ ਸੀਗਾ ਤੁਹਾਡੇ ਕੋਲ, ਕੀ ਹੈ? ਉਹਨੇ ਐਮਐਲਏ ਸਾਹਿਬ ਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਆਦੇਸ਼ ਅਨੁਸਾਰ ਮੈਂ ਇੱਥੇ ਆਇਆ ਹੈਗਾ। ਜੋ ਐਮਐਲਏ ਸਾਹਿਬ ਨੇ ਮੰਗ ਚੱਕੀ ਹੈਗੀ ਹੈ ਵੀ ਇਹ ਜਿਹੜੀ ਗਿਰਦਾਵਰੀ ਹੈਗੀ ਹੈ ਜਾਂ ਮਾਲਕੀ ਬਾਰੇ ਗੱਲ ਕੀਤੀ ਹੈਗੀ ਹੈ, ਮਾਲਕੀ ਤਾਂ ਨਗਰ ਨਿਗਮ ਦੀ ਕਾਗਜ਼ਾਂ 'ਚ ਹੈਗੀ ਹੈ। ਬਾਕੀ ਇਹਨਾਂ ਨੇ ਮਸਲਾ ਹੁਣ ਜਿਹੜਾ ਸੀਐਮ ਸਾਹਿਬ ਦੇ ਨਾਲ ਚੱਕਣਾ ਹੈ ਜਾਂ ਗੱਲ ਕਰਨੀ ਹੈ ਉਹ ਕਰ ਲੈਣਗੇ। ਜਿਹੜੇ ਕੂੜੇ ਦਾ ਸੰਬੰਧ ਹੈ, ਜਿਵੇਂ ਗੱਲ ਕੀਤੀ ਕਿ ਬਾਕੀ ਵਾਰਡ ਕਿਉਂ ਛੱਡ ਦਿੱਤੇ ਜਾਂਦੇ ਹਨ, ਉਹ ਨਹੀਂ ਛੱਡੇ ਜਾਣਗੇ। ਇਹ ਅਸੀਂ ਨਿਰਦੇਸ਼ ਜਿਹੜੇ ਹੈਗੇ ਆ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਦਵਾ ਦਾਂਗੇ ਸਾਰਿਆਂ ਨੂੰ, ਤੇ ਸਾਰੇ ਹੀ ਵਾਰਡਾਂ ਦਾ ਜਿਹੜਾ ਹੈਗਾ ਕੂੜਾ ਉੱਥੋਂ ਚੱਕ ਜਾਏਗਾ ਔਰ ਬਕਾਇਦਾ ਟੱਕਿਆ ਹੋਏਗਾ, ਕਿਉਂਕਿ ਇਸ ਤਰ੍ਹਾਂ ਕਰਕੇ ਜਾਣਾ ਨਹੀਂ ਠੀਕ। ਹੁਣ ਤਾਂ ਚਲੋ ਹੁਣ ਇਹਨਾਂ ਨੇ ਤਰਪਾਲਾਂ ਪਾਈਆਂ ਜੋ ਦੱਸਿਆ ਐਮਐਲਏ ਸਾਹਿਬ ਨੇ, ਤੇ ਗਾਂ ਤੋਂ ਜਿਹੜੀਆਂ ਹੈਗੇ ਸਾਰੇ ਹੀ ਜਿਹੜੇ ਆਣਗੇ ਸਾਰੇ ਵਾਰਡਾਂ ਚੱਕੇ ਜਾਊਗਾ ਔਰ ਸਾਰੇ ਜਿਹੜੇ ਆ ਤਰਪਾਲ ਲੱਗੀ ਹੋਏਗੀ ਬਕਾਇਦਾ ਤੌਰ 'ਤੇ। ਲੋਕਾਂ ਦਾ ਕਹਿਣਾ ਕਿ ਜਿੱਥੇ ਕੂੜਾ ਸੁੱਟਿਆ ਜਾਂਦਾ ਉਹਦੀ ਕਾਫੀ ਜਿਹੜੀ ਹੈ ਬਦਬੂ ਪਿੰਡਾਂ 'ਚ ਜਾਂਦੀ ਆ, ਖਾਣਾ ਨਹੀਂ ਖਾ ਸਕਦੇ, ਉਹਦਾ ਕੋਈ ਹੱਲ ਨਹੀਂ ਹੈਗਾ ਪ੍ਰੋਪਰ ਕੂੜੇ ਦਾ? ਜਿਸ ਤਰ੍ਹਾਂ ਨਹੀਂ, ਉਹ ਵੀ ਜੇ ਦੇਖੋ ਲੋਕਾਂ ਦੀ ਸਹੂਲਤ ਵਾਸਤੇ ਹੀ ਸਰਕਾਰਾਂ ਹੁੰਦੀਆਂ ਹਨ। ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਾਰੇ ਕੰਮ ਕਰਨੇ ਆ। ਜੇ ਲੋਕਾਂ ਦੀ ਕੋਈ ਮੁਸ਼ਕਲ ਆ ਰਹੀ ਹੈ ਅਸੀਂ ਦੇਖ ਲੈਂਦੇ ਹੈਗੇ ਆ, ਤੇ ਉਹ ਵੀ ਅਸੀਂ ਜ਼ਰੂਰ ਕਾਰਵਾਈ ਕਰਾਂਗੇ। ਐਸੀ ਕੋਈ ਗੱਲ ਨਹੀਂ, ਕਿਉਂਕਿ ਲੋਕਾਂ ਵਾਸਤੇ ਸਰਕਾਰ ਹੈ, ਲੋਕਾਂ ਦੇ ਵਾਸਤੇ ਹੀ ਆ। ਐਮਐਲਏ ਸਾਹਿਬ ਬਿਲਕੁਲ ਨਾਲ ਇਹਨਾਂ ਦੇ ਹੈ, ਤਾਂ ਅਸੀਂ ਨਾਲ ਸਾਰੇ ਕੰਮ ਕਰਾਵਾਂਗੇ। ਦੇਖੋ, ਮੇਰਾ ਹਲਕਾ ਹੈਗਾ ਭੋਆ। ਮੈਂ ਪਹਿਲੇ ਹੀ ਸ਼ਲੋਗਨ 'ਚ ਕਿਹਾ ਹੋਇਆ ਮੇਰਾ ਹਲਕਾ ਮੇਰਾ ਪਰਿਵਾਰ, ਤੇ ਬਦਲਾਂਗੇ ਭੋਏ ਹਲਕੇ ਦੀ ਨੁਹਾਰ। ਇਹ ਨੁਹਾਰ ਥੋੜ੍ਹੀ ਬਦਲ ਰਹੀ ਹੈ ਵੀ ਸਾਰੇ ਪਠਾਨਕੋਟ ਦਾ ਕਚਰਾ ਚੁੱਕ ਕੇ ਤੇ ਮੇਰੇ ਹਲਕੇ ਵਿੱਚ ਡੇਅਰੀ ਵਾਲ ਸੁੱਟਿਆ ਜਾ ਰਿਹਾ। ਔਰ ਮੇਰੀਆਂ ਕਾਰਪੋਰੇਸ਼ਨ ਦੀਆਂ 5 ਵਾਰਡਾਂ ਨੇ, ਮੇਰੀਆਂ 5 ਵਾਰਡਾਂ ਦਾ ਕਚਰਾ ਨਹੀਂ ਚੁੱਕ ਰਹੇ। ਔਰ ਜਿੰਨਾ ਸਿਸਟਮ ਜਿਹੜਾ ਕਾਨੂੰਨ ਕਹਿੰਦਾ ਜਦੋਂ ਕਚਰਾ ਲੈ ਕੇ ਕਿਸੇ ਜਗ੍ਹਾ 'ਤੇ ਸੁੱਟਣ ਜਾਣਾ ਹੈ, ਤੇ ਉਹ ਜਿਹੜਾ ਵੀ ਵਹੀਕਲ ਲੈ ਕੇ ਜਾਂਦਾ ਉਸ ਵਹੀਕਲ ਦੇ ਉੱਤੇ ਤਰਪਾਲ ਪਾਈ ਹੁੰਦੀ ਹੈ, ਢੱਕਿਆ ਹੁੰਦਾ, ਉਹ ਕਚਰਾ ਡਿੱਗਣਾ ਨਹੀਂ ਚਾਹੀਦਾ। ਇਹ ਸਾਰਾ ਦਾ ਸਾਰਾ ਕਚਰਾ ਡਿੱਗਦਾ ਜਾਂਦਾ ਪਿਆ। ਡੀਸੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਆ, ਡੀਆਰਓ ਸਾਹਿਬ ਨਾਲ ਮੇਰੀ ਗੱਲ ਹੋ ਗਈ ਆ, ਉਹਨਾਂ ਵਿਸ਼ਵਾਸ ਵੀ ਦਿਲਾਤਾ ਵੀ ਨਾ ਤੇ ਮੁੜ ਕੇ ਇਸ ਤਰ੍ਹਾਂ ਦਾ ਕਚਰਾ ਆਏਗਾ, ਇਹਦੇ ਉੱਤੇ ਢੱਕਿਆ ਆਏਗਾ। ਤੁਹਾਡੀਆਂ 5 ਵਾਰਡਾਂ ਦਾ ਕਚਰਾ ਜਿਹੜਾ ਉਹ ਵੀ ਚੁੱਕਿਆ ਜਾਏਗਾ। ਜਿਹੜਾ ਡੇਅਰੀ ਵਾਲ ਕਿਸਾਨਾਂ ਦਾ ਮਸਲਾ ਹੈ ਜਿਹਦੇ ਵਿੱਚ ਨਿਸ਼ਾਨਦੇਹੀ ਹੋ ਰਹੀ ਹੈ, ਡੀਸੀ ਸਾਹਿਬ ਨੇ ਵੀ ਵਿਸ਼ਵਾਸ ਦਿਲਾਇਆ ਵੀ ਜਿੰਨ ਤੱਕ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਨਹੀਂ ਹੁੰਦੀ, ਉੱਥੋਂ ਜਿਹੜਾ ਆਦੇਸ਼ ਆਏਗਾ ਉਸ ਦੇਸ਼ ਨੂੰ ਮੰਨਿਆ ਜਾਏਗਾ। ਤੇ ਮੇਰਾ ਵਿਸ਼ਵਾਸ ਹੈ ਕੈਪਟਨ ਸਾਹਿਬ ਇੱਕ ਫੌਜੀ ਆਦਮੀ ਨੇ, ਇੱਕ ਰਾਜੇ ਆਦਮੀ ਨੇ, ਮੈਨੂੰ ਲੱਗਦਾ ਵੀ ਉਹ ਮੇਰੀ ਮੰਗ ਮੰਨ ਲੈਣਗੇ। ਔਰ ਇਹ ਜਿਹੜੀ ਮੈਂ ਨਹੀਂ ਚਾਹੁੰਦਾ ਵੀ ਨਿਗਮ ਨੂੰ ਨਈ ਜਗ੍ਹਾ ਦੇਣੀ। ਮੈਂ ਚਾਹੁੰਦਾ ਵੀ ਜਿਹੜੀ ਬੰਜਰ ਜ਼ਮੀਨ ਹੈ ਉਹ ਨਿਗਮ ਨੂੰ ਦਿੱਤੀ ਜਾਏ। ਜਿਹੜੀ ਐਗਰੀਕਲਚਰ ਜ਼ਮੀਨ ਹੈ 100 ਕਿੱਲਾ, ਉਹ ਕਿਸਾਨਾਂ ਦੇ ਕੋਲ ਹੀ ਰਹਿਣ ਦਿੱਤੀ ਜਾਏ। ਉਹਨਾਂ ਨੂੰ ਰਜਿਸਟਰੀਆਂ ਕਰਕੇ ਉਹਨਾਂ ਕੋਲ ਜੋ ਸਿਸਟਮ ਦੇ ਨਾਲ ਪੈਸੇ ਬਣਦੇ ਹੋ ਉਹ ਉਹਨਾਂ ਨੂੰ ਦਿੱਤੇ ਜਾਣ। ਮੇਰੀ ਬੇਸਿਕਲੀ ਇਹ ਮੰਗ ਹੈ। ਬਿਲਕੁਲ ਵੀ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਮੈਂ ਜੰਮੂ ਹਾਈ ਕੋਰਟ ਤੋਂ ਸਿੱਧਾ, ਮੇਰਾ ਕੋਈ ਕੇਸ ਹੈਗਾ, ਮੈਂ ਸਿੱਧਾ ਹੁਣ ਉੱਥੋਂ ਇੱਥੇ ਆਇਆ ਜਿੱਥੇ ਲੋਕੀ ਇਕੱਠੇ ਆ, ਮੈਂ ਵੀ ਇਹਨਾਂ ਨਾਲ ਇਕੱਠਾ। ਔਰ ਇੱਕ ਮੁੱਠ ਇਕੱਠੇ ਹੋ ਕੇ ਜਿੱਥੇ ਸਾਰੇ ਇਕੱਠੇ ਰਹੋਗੇ, ਭਾਵੇਂ ਕੋਈ ਪਰਿਵਾਰ ਹੋਵੇ ਤੇ ਭਾਵੇਂ ਕੋਈ ਪਿੰਡ ਹੋਵੇ, ਭਾਵੇਂ ਕੋਈ ਦੇਸ਼ ਹੋਏ, ਜਿੱਥੇ ਇੱਕ ਇਕੱਠ ਹੁੰਦਾ ਉਹ ਹਮੇਸ਼ਾ ਅਗਾਂਹ ਵੱਧਦਾ। ਮੇਰੀ ਇਹਨਾਂ ਅੱਗੇ ਇਹੋ ਬੇਨਤੀ ਵੀ ਸਾਰੇ ਇਕੱਠੇ ਰਹੋ, ਤੁਸੀਂ ਤੁਹਾਡਾ ਹੱਲ ਹੋ ਜਾਣਾ। ਇਹ ਮੇਰੀ ਜ਼ਿੰਮੇਵਾਰੀ। Your voice echoes in my mind. Your voice echoes in my mind. I hope once you visit this campus, your all queries regarding admission shall be fulfilled. Do visit us before seeking admission anyway.